मन साचा मुख साचा सोई, अवर ना पेखै एक बिन कोई। नानक एह लक्षण ब्रह्म ज्ञानी होए। वाहिगुरु जी का खालसा, वाहिगुरु जी की फतेह। गुरु महाराज गरीब नवाज चबर तखत दे मालक, जुगो जुग अटल। धन धन श्री गुरु ग्रंथ साहिब जी महाराज, गुरु साहिब जी की कृपा बख्शिश हुई है, जो महाराज दे दर कर दे प्रीतवान परिवार भाई केर सिंह, सूबेदार स्वरण सिंह तथा समूह परिवार गुरु पातशाह महाराज जी की कृपा रहमत बख्शिश हुई, जो परिवार ने महाराज जी का ओट आसरा लिया, जो अपने खेत दे विच गावां दा जो ये नवा शैड बनाया, इस दा शुभ मुहूर्त महाराज जी का ओट आसरा लै करके परिवार इस कार्य की आरंभता कर रहे हैं। अमृत वेले श्री आसा जी वार दे कीर्तन होए है, उपरंत पंचम पातशाह महाराज जी दे उचारण कीती पावन बाणी श्री सुखमनी साहिब जी दे पाठ होए ने, जो सतगुरां दे बचन है, कीता लोड़ी है कम सो हर पह आखी है। जो कारज आपां करदे हैं महाराज जी का ओट आसरा लैके गुरु साहब अगे अरदास करके फिर ये कारजां दी आरंभ कर, क्योंकि जदों आपां किसी कार्य की आरंभता विच महाराज का ओट आसरा लैने और गुरु की भै भावनी विच फिर वो कारज नूं करदे आ, तां महाराज अंग संग हो करके अपने गुरसिख प्यारियां की सहायता करदा है, कारजां की सफलता बख्शदा है। ये बहुत एक चंगी गल है, अपना किता अपने कारज वधाउणे। सतगुरु सच्चे पातशाह महाराज जी की पावन बाणी श्री सुखमनी साहिब, जिस अंदर सतगुरु जी ने जो 8वीं अष्टपदी महाराज श्लोक आरंभता दा बख्शदे ने, आपां कुछ क समां इस भावना च कि महाराज जैसी समर्थ बख्शदे विचार कर लीए, ते आप जी ने कृपा करनी, कुछ समां एकाग्रता बख्शनी। एक बारी सारी संगत उचारण करो, सतनाम श्री वाहिगुरु। सतगुरां दा पवित्र बचन है, श्लोक उचारदे हन, मन साचा मुख साचा सोए। जो आप जी ने पवित्र बाणी सरवण कीती है, ये श्लोक 8वीं अष्टपदी दे नाल महाराज आरंभता उचारदे ने कि जिसदा जो साचा मुख साचा सोए, जिन्हां दे मन विच भाव ये अंतश करन सच्चा है परमात्मा वाहिगुरु, सच्चा नाम। अंतश करन की है? 4 चीजां जोड़ लो, मन, बुद्ध, चित्त ते अहम।
ਹੁਣ ਇਹਦਾ ਭਾਵ ਸਮਝਣਾ ਹੈ। ਇੱਕੋ ਹੀ ਬੇਨਤੀ ਕਰ ਰਹੇ ਸੀ, ਇਹ ਵੱਖ-ਵੱਖ ਕਿਰਿਆ ਹੈ। ਮਨ ਸਾਚਾ ਮੁਖ ਸਾਚਾ ਸੋਈ। ਜਦੋਂ ਕੋਈ ਮਨ ਦੇ ਜਦੋਂ ਕੋਈ ਸੰਕਲਪ ਪੈਦਾ ਹੋਇਆ, ਆਪਾਂ ਗੱਲ ਕਰ ਰਹੇ ਸੀ ਇਹ ਕਾਰਜ ਦਾ ਸੰਕਲਪ ਪੈਦਾ ਹੋਇਆ ਨਾ, ਇਹਨੂੰ ਮਨ ਕਿਹਾ। ਫਿਰ ਇਸ ਕਾਰਜ ਦਾ ਨਿਰਣਾ ਹੋਇਆ, ਕਿਵੇਂ ਬਣੂਗਾ, ਕੀ ਇਹਦੀ ਫਾਇਦਾ ਹੈ, ਕੀ ਗੱਲ ਹੋਊ, ਕਿਸ ਤਰ੍ਹਾਂ ਹੋਣਾ ਹੈ। ਇਹ ਬੁੱਧੀ ਨੇ ਨਿਰਣਾ ਕੀਤਾ। ਜਦੋਂ ਨਿਰਣੇ ਤੇ ਗੱਲ ਆ ਜੇ ਉਦੋਂ ਬੁੱਧ ਕਹਿ ਦਿੰਦੇ ਆ, ਹੈ ਇੱਕੋ ਹੀ ਹੈ। ਕਿਰਿਆ ਬਦਲ ਗਈ ਨਾ, ਪਹਿਲਾਂ ਤਾਂ ਫੁਰਨਾ ਪੈਦਾ ਹੋਇਆ ਕੰਮ ਕਰਨਾ, ਫਿਰ ਉਹਦੇ ਬਾਰੇ ਆਪਾਂ ਵਿਚਾਰ ਕਰਦੇ ਹਾਂ, ਕੀ ਆਪਾਂ ਨੂੰ ਫਾਇਦਾ ਹੋਊ, ਕਿੱਡਾ ਕੁ ਕਾਰਜ ਰੰਭਾਂਗੇ, ਕੀ ਆਮਦਨ ਹੋਊ, ਕੀ ਖਰਚਾ ਹੋਊ, ਫਾਇਦੇ ਕੀ ਨੁਕਸਾਨ ਕੀ। ਇਹ ਸਾਰਾ ਜਦੋਂ ਨਿਰਣਾ ਹੁੰਦਾ ਹੈ ਉਹਨੂੰ ਫਿਰ ਬੁੱਧ ਕਿਹਾ। ਫਿਰ ਅੱਗੇ ਜਦੋਂ ਨਿਰਣਾ ਹੋ ਗਿਆ, ਫੈਸਲਾ ਹੋ ਗਿਆ ਕਿ ਹੁਣ ਕਰ ਲਈਏ ਕਾਰਜ, ਫਿਰ ਉਸ ਕਾਰਜ ਵਾਸਤੇ ਚਿੰਤਨ ਸ਼ੁਰੂ ਹੋ ਜਾਂਦਾ ਹੈ। ਇਹ ਕਾਰਜ ਕਰਨਾ ਹੈ, ਇਹਦੇ ਚਿੰਤਨ ਜਾਂ ਚਿੰਤਾ ਕਹਿ ਲਓ, ਚਿੰਤਨ ਸ਼ੁਰੂ ਹੋਇਆ ਕਾਰਜ ਦਾ। ਤੇ ਜਦੋਂ ਇਹ ਚਿੰਤਨ ਕਰਦਾ ਹੈ ਉਦੋਂ ਇਹਨੂੰ ਚਿੱਤ ਕਹਿ ਦਿੱਤਾ ਜਾਂਦਾ। ਫਿਰ ਇੱਕ ਅਹੰ ਭਾਵ ਹੁੰਦਾ, ਜਦੋਂ ਕਾਰਜ ਆਪਾਂ ਕਰ ਲੈਂਦੇ ਹਾਂ ਜਾਂ ਕਰ ਰਹੇ ਹੁੰਦੇ, ਇੱਕ ਸੂਖਮ ਭਾਵ ਪੈਦਾ ਹੁੰਦਾ ਕਿ ਅਸੀਂ ਕਰ ਰਹੇ ਹਾਂ ਜਾਂ ਅਸੀਂ ਆਹ ਕੰਮ ਕੀਤਾ ਹੈ, ਉਹਨੂੰ ਅਹੰ ਭਾਵ ਕਹਿੰਦੇ। ਤੋ ਇਹ ਮਨ, ਬੁੱਧ ਤੇ ਚਿੱਤ, ਅਹੰ, ਚਾਰ ਹੋ ਗਏ। ਚੌਹਾਂ ਨੂੰ ਅੰਤਸ਼ਕਰਨ ਕਿਹਾ ਹੈ। ਮਹਾਰਾਜ ਕਹਿੰਦੇ ਇਉਂ ਜਿਨ੍ਹਾਂ ਦੇ ਭਾਈ ਅੰਤਸ਼ਕਰਨ ਵਿੱਚ ਸੱਚਾ ਮਾਲਕ ਹੈ, ਭਾਵ ਕਿ ਜਿਹੜਾ ਗੁਰਮੁਖ ਪੁਰਸ਼ ਹੈ ਤਾਂ ਉਹਦੇ ਮਨ ਵਿੱਚ ਉਹਦਾ ਸੰਕਲਪ ਜਿਹੜਾ ਹੈ ਉਹ ਵਿਕਲਪ ਸੰਕਲਪ ਤੋਂ ਉੱਪਰ ਉੱਠ ਜਾਂਦਾ ਹੈ। ਮਨ ਬ੍ਰਹਮ ਦੇ ਅਧੀਨ ਹੋ ਕਰਕੇ, ਸਮਰਪਿਤ ਹੋ ਕੇ ਰਜਾ ਵਿੱਚ ਆ ਜਾਂਦਾ ਹੈ ਕਿ ਜੋ ਪ੍ਰਮਾਤਮਾ ਕਰ ਰਿਹਾ ਉਹ ਸੱਤ ਹੈ। ਇਸ ਕਰਕੇ ਜਦੋਂ ਸੰਕਲਪ ਹੀ ਨਹੀਂ ਉੱਠਿਆ, ਸੱਚਾ ਮਾਲਕ ਹੀ ਹੈ ਜੋ ਕੁਝ ਕਰ ਰਿਹਾ ਹੈ, ਫਿਰ ਉਹ ਨਿਰਣਾ ਵੀ ਆਪੇ ਹੀ ਕਰੂ, ਚਿੰਤਨ ਵੀ ਉਹਨੀ ਹੈ, ਚਿੰਤਾ ਵੀ, ਤੇ ਅਹੰ ਭਾਵ ਵੀ ਕੋਈ ਨਹੀਂ। ਜਦੋਂ ਕਰਤਾ ਪਾਣੀ ਖਤਮ ਹੋ ਗਿਆ ਅੰਦਰੋਂ ਕਿ ਕਰਤਾ ਤਾਂ ਅਕਾਲ ਪੁਰਖ ਹੀ ਹੈ, ਜਦੋਂ ਇਉਂ ਸੱਚਾ ਮਨ ਵਿੱਚ ਵਸ ਜਾਂਦਾ ਹੈ, ਮਨ ਸਾਚਾ, ਅੰਤਸ਼ਕਰਨ ਦੇ ਵਿੱਚ ਸੱਚਾ ਮਾਲਕ ਹੀ ਹੈ, ਮੁਖ ਸਾਚਾ ਸੋਏ, ਤੇ ਮੁਖ ਤੋਂ ਵੀ ਉਸ ਸੱਚੇ ਦੀ ਉਹ ਸੋਭਾ ਕਰਦਾ ਹੈ, ਉਹ ਸੱਚੇ ਵਾਹਿਗੁਰੂ ਦਾ ਹੀ ਨਾਮ ਜਪਦਾ ਹੈ। ਅਵਰ ਨਾ ਪੇਖੈ ਏਕਸ ਬਿਨ ਕੋਏ। ਮਹਾਰਾਜ ਕਹਿੰਦੇ ਇੱਕ ਪ੍ਰਮਾਤਮਾ ਤੋਂ ਬਿਨਾ ਹੋਰ ਕਿਤੇ ਵੀ ਕਿਸੇ ਹੋਰ ਨੂੰ ਵੇਖਦਾ ਹੀ ਨਹੀਂ। ਇਹਦਾ ਭਾਵ ਇਹ ਨਹੀਂ ਕਿ ਕੋਈ ਅੱਖਾਂ ਬੰਦ ਕਰ ਲੈਂਦਾ। ਹੁਣ ਜਗਤ ਕਿੰਨਾ ਸੰਸਾਰ ਹੈ ਉਸ ਪਰਮਾਤਮਾ ਦਾ ਹੀ ਬਣਾਇਆ ਤੇ ਆਪਾਂ ਵੇਖਦੇ ਹੀ ਆ, ਘਰ ਵਿੱਚ ਰਹਿੰਦੇ ਆ, ਬਾਲ ਬੱਚੇ, ਸਾਰਾ ਕੁਝ ਆਪਾਂ, ਘਰ ਮਕਾਨ ਸਭ ਕੁਝ ਵੇਖਦੇ ਆ। ਮਹਾਰਾਜ ਕਹਿੰਦੇ ਅਵਰ ਨਾ ਪੇਖੈ ਏਕਸ ਬਿਨ ਕੋਇ। ਦਾ ਭਾਵ ਕੀ ਹੈ ਕਿ ਸਾਰਿਆਂ ਦੇ ਵਿੱਚ ਇੱਕ ਬ੍ਰਹਮ ਨੂੰ ਹੀ ਵਸਿਆ ਹੋਇਆ ਵੇਖਦਾ, ਇੱਕ ਪ੍ਰਮਾਤਮਾ ਤੋਂ ਬਿਨਾ ਹੋਰ ਕੁਝ ਨਹੀਂ ਵੇਖਦਾ। ਸਾਰੀ ਜਗ੍ਹਾ ਤੇ ਇਹ ਭਾਵਨਾ ਵਸ ਜਾਂਦੀ ਹੈ ਕਿ ਇੱਕ ਅਕਾਲ ਪੁਰਖ ਪਰਿਪੂਰਨ ਹੈ। ਫਿਰ ਇਹ ਭਾਵਨਾ ਪੈਦਾ ਹੋ ਜਾਂਦੀ ਹੈ ਅਵਰ ਨਾ ਪੇਖੈ ਏਕਸ ਬਿਨ ਕੋਏ। ਕਿਸੇ ਹੋਰ ਦੇਵੀ ਦੇਵ ਦੀ ਉਪਾਸ਼ਨਾ ਇਤਿਆਦਿਕ ਸ਼ਕਤੀ ਨੂੰ ਨਹੀਂ ਜਾਣਦਾ, ਨਹੀਂ ਵੇਖਦਾ। ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਹੀ ਸਭ ਜਗ੍ਹਾ ਉਹੀ ਸ਼ਕਤੀ ਸਾਰੇ ਕਲਾ ਸਰਬ ਵਿਆਪਕ ਰੂਪ ਵੇਖਦਾ ਹੈ। ਇਹ ਇੱਕੋ ਇੱਕ ਸ਼ਕਤੀ ਹੈ,
ਉਹ ਪਰਮਾਤਮਾ ਜੋ ਸਾਰੀ ਆਪਣੀ ਕਲਾ ਵਰਤਾ ਕੇ ਸਭ ਕੁਝ ਕਰ ਕਰਾ ਰਿਹਾ ਹੈ। ਕਰਤਾ ਵੀ ਉਹੀ ਹੈ, ਰਚਨਹਾਰ, ਫਿਰ ਦਾਤਾ ਪਾਲਣਹਾਰਾ ਵੀ ਉਹੀ ਹੈ, ਤੇ ਲੈਤਾ ਕਰਨ ਵਾਲਾ ਪਰਮਾਤਮਾ ਪਰਮੇਸ਼ਰ ਉਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਐਸਾ ਜਿਹੜਾ ਗੁਰਮੁਖ ਹੈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਹਾਰਾਜ ਕਹਿੰਦੇ ਜਿਹਦੇ ਅੰਦਰ ਐਸੇ ਲੱਛਣ ਨੇ, ਜਿਹਦੀ ਐਸੀ ਅਵਸਥਾ ਹੈ, ਲੱਛਣ ਚਿੰਨਾਂ ਨੂੰ ਕਹਿ ਦਿੰਦੇ ਆ, ਗੁਣਾਂ ਨੂੰ ਵੀ ਕਹਿ ਦਿੰਦੇ ਆ, ਭਾਵ ਜਿਹਦੀ ਐਸੀ ਅਵਸਥਾ ਹੋ ਗਈ ਉਹਨੂੰ ਮਹਾਰਾਜ ਕਹਿੰਦੇ ਭਾਈ ਬ੍ਰਹਮ ਗਿਆਨੀ ਹੈ। ਹੁਣ ਭਾਵੇਂ ਨਾਂ ਦੇ ਨਾਲ ਤਾਂ ਕੋਈ ਲਾ ਲਵੇ, ਕਿਸੇ ਨੇ ਰੋਕਿਆ ਨਹੀਂ ਹੈ, ਕੋਈ ਨਾਂ ਨਾਲ ਬ੍ਰਹਮ ਗਿਆਨੀ ਲਾਵੇ ਕੁਛ ਵੀ ਸ਼ਬਦ, ਲੇਕਿਨ ਇੱਕ ਅਵਸਥਾ ਬਣ ਜਾਂਦੀ ਹੈ ਕਿ ਇਹ ਜਿਹੜਾ ਲੱਛਣ ਹੈ, ਮਹਾਰਾਜ ਕਹਿੰਦੇ ਮਨ ਦੇ ਵਿੱਚ ਵੀ ਸੱਚਾ ਅੰਤਿਸ਼ਕਰਨ ਅੰਦਰ, ਮੁਖ ਤੇ ਵੀ ਸੱਚਾ ਨਾਮ, ਇੱਕ ਤੋਂ ਬਿਨਾ ਹੋਰ ਕੁਛ ਉਹਨੂੰ ਕੋਈ ਸਰਬ ਕਲਾ ਸਮਰੱਥ ਦੀਂਦਾ ਹੀ ਨਹੀਂ, ਭਾਵ ਸਾਰੇ ਇੱਕ ਰਸ ਇੱਕ ਪਰਮਾਤਮਾ ਵਸਿਆ। ਐਸੇ ਜਿਹਦੇ ਅੰਦਰ ਲੱਛਣ, ਜਿਹਦੀ ਅਵਸਥਾ ਐਸੀ ਹੈ, ਉਹ ਬ੍ਰਹਮ ਗਿਆਨੀ ਹੈ। ਗੁਰੂ ਘਰ ਦੇ ਵਿੱਚ ਇੱਕ ਨਹੀਂ ਅਨੇਕਾਂ ਹੀ ਐਸੇ ਬ੍ਰਹਮ ਗਿਆਨੀ ਗੁਰਮੁਖ ਪੁਰਸ਼ ਪੈਦਾ ਹੋਏ। ਫਿਰ ਅੱਗੇ ਮਹਾਰਾਜ ਨੇ ਅਸ਼ਟਪਦੀ ਵਿੱਚ ਸਾਰਾ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ। ਜਦੋਂ ਆਪਾਂ ਇਤਿਹਾਸ ਵਿੱਚ ਵੇਖਦੇ ਹਾਂ, ਸਭ ਤੋਂ ਪਹਿਲਾਂ ਜ਼ਿਕਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਆਉਂਦਾ ਹੈ, ਕਿਉਂਕਿ ਬ੍ਰਹਮ ਗਿਆਨੀ ਨੂੰ ਕਿੱਡੀ ਵੱਡਾ ਦਰਜਾ ਬਾਣੀ ਵਿੱਚ ਕਿਹਾ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਤੇ ਬਾਬਾ ਬੁੱਢਾ ਜੀ ਨੂੰ ਗੁਰੂ ਘਰ ਦੇ ਵਿੱਚ ਬਹੁਤ ਮਾਣ ਸਤਿਕਾਰ ਮਿਲਿਆ। 7-8 ਸਾਲ ਦੀ ਹੋਈ ਉਮਰ ਸੀ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਵਿੱਚ ਆ ਗਏ ਬਾਬਾ ਬੁੱਢਾ ਜੀ, ਤੇ ਕਿੱਡੀਆਂ ਬਰਕਤਾਂ ਗੁਰੂ ਘਰ ਦੇ ਵਿੱਚ। ਮਹਾਰਾਜ ਨੇ ਏਡੀ ਕਿਰਪਾ ਕੀਤੀ, ਇੱਥੋਂ ਤੱਕ ਕਿ ਬਚਨ ਕਹਿਣੇ ਕਿ ਬਾਬਾ ਬੁੱਢਾ ਤੇਰੇ ਤੋਂ ਕਦੇ ਅਸੀਂ ਓਲੇ ਨਾ ਹੋਸੀ, ਤੇਰੇ ਨਾਲੋਂ ਕਦੇ ਓਲੇ ਨਹੀਂ ਹੋਵਾਂਗੇ। ਭਾਵ ਬਾਬਾ ਬੁੱਢਾ ਜੀ ਦੇ ਸਾਹਮਣੇ ਮਹਾਰਾਜ ਬਿਲਕੁਲ ਪ੍ਰਤੱਖ ਹੈ। ਸੇਵਾ ਕੀਤੀ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ, ਫਿਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ, ਫਿਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ। ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਜੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਮਾਣ ਵੀ ਬਹੁਤ ਵੱਡਾ ਅੱਜ ਵੀ ਆਪਾਂ ਵੇਖਦੇ ਹਾਂ, ਜਿਵੇਂ ਗੁਰੂ ਸਥਾਨ ਗੁਰੂ ਕੇ ਜਿੱਥੇ ਚਰਨ ਪਏ ਆ, ਸੰਗਤਾਂ ਜਾਂਦੀਆਂ, ਬਾਬਾ ਬੁੱਢਾ ਜੀ ਦੇ ਸਥਾਨ ਤੇ ਵੀ ਸੰਗਤਾਂ ਉਵੇਂ ਜਾਂਦੀਆਂ। ਇਹ ਮਾਣ ਬਖਸ਼ਿਆ ਨਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ, ਜਦੋਂ ਮਾਤਾ ਗੰਗਾ ਜੀ ਨੇ ਕਿਹਾ ਮਹਾਰਾਜ ਮੇਰੇ ਘਰ ਵੀ ਪੁੱਤਰ ਹੋਵੇ ਗੋਦ ਵਿੱਚ, ਪਤੀ ਗੁਰੂ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ। ਮਾਣ ਦਿੰਦੇ ਆ ਮਹਾਰਾਜ ਨੇ ਕਿਹਾ ਸਰਵ ਕਲਾ ਸਮਰੱਥ ਹੈ, ਦਾਤੇ ਹੈ, ਅਣਗਿਣਤ ਐਸੇ ਵਿਅਕਤੀ ਜਿਨ੍ਹਾਂ ਨੂੰ ਦੁੱਧ ਪੁੱਤ ਮਹਾਰਾਜ ਨੇ ਬਖਸ਼ਿਆ। ਕਹਿੰਦੇ ਗੰਗਾ ਜੀ ਪੁੱਤਰ ਚਾਹੀਦਾ, ਬਾਬਾ ਬੁੱਢਾ ਜੀ ਕੋਲੇ ਜਾ ਕੇ ਮੰਗ ਕਰੋ, ਅਰਦਾਸ ਕਰਨਗੇ। ਤੇ ਆਪ ਜੀ ਨੂੰ ਇਤਿਹਾਸ ਵੀ ਸੁਣਦੇ ਰਹਿੰਦੇ ਹੋ, 6ਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਬਾਬਾ ਬੁੱਢਾ ਜੀ ਨੇ ਬੇਨਤੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ 'ਚ ਕੀਤੀ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਬਹੁਤ ਸਤਿਕਾਰ ਕਰਦੇ। ਜਦੋਂ ਬਾਬਾ ਬੁੱਢਾ ਜੀ ਸੱਚਖੰਡ ਗਏ ਨੇ, ਫਿਰ ਇਹਨਾਂ ਤੋਂ ਬਾਅਦ ਹੁਣ ਇਹ ਆਮ ਦੇਖਣ ਦੇ ਵਿੱਚ ਨਹੀਂ ਆਉਂਦਾ ਕਿ ਕਿਸੇ ਪਰਿਵਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਕੋਈ ਬ੍ਰਹਮ ਗਿਆਨੀ ਹੋਵੇ।
कई बार की हुंदा है कि एक जां दो पीढ़ियां तो बाद वो गल्लां नहीं रहिंदियां। अज भी आपां वेखदे हां बहुत ऐसियां बख्शिशां होईयां गुरसिखां ते, पर एक जां दो पीढ़ियां तो बाद वो गल्लां नहीं रहियां। पर बाबा बुढ़ा जी दे परिवार ते एडी किरपा महाराज दी कि बाबा बुढ़ा जी दे अगे पुत्र बाबा झंडा जी होए, वो भी ब्रह्म ज्ञानी जिन्हां सेवा कीती। फिर वेखो उन्हां दे अगे पुत्र बाबा भाना जी होए जिन्हां ने महाराज दी सेवा कीती, वो भी ब्रह्म ज्ञानी। फिर बाबा भाना जी दे अगे पुत्र होए बाबा गुरदित्ता जी। एक तां बाबा गुरदित्ता जी होए ने गुरु हरगोबिंद साहिब जी दे पुत्र, धन गुरु हराए साहिब जी दे सत्कारयोग पिता, जिन्हां दी बाबते बचन कहे सी बाबा गुरदित्ता दीन दुनी दा टिक्का, जो मंगिया सो दिता। जदों तुसीं कदे कीरतपुर साहिब जाने हो, जिन्हां दर्शन कीते होने आ बाबा गुरदित्ता जी दे स्थान ते, तो बाबा गुरदित्ता जी एक तां गुरु छेवें पातशाह जी दे पुत्र होए, एक बाबा बुढ़ा जी दे पड़पोतरे होए, जिहड़े जिन्हां नूं फिर भाई गुरदित्ता बाबे के कहा जांदा सी। बाबा बुढ़ा जी के रंधावा जट जिमीदार गोत है, रण धावा तो रंधावा बनिया। जिहड़े वो कोई कबीले जिहड़े रण विच धावा करके पै जांदे हुंदे सन, उस कबीले दा फिर नौ रण धावियां तो रंधावे पै गया। तो ये भाई गुरदित्ता जी बाबा बुढ़ा जी की अंश वंश श्री गुरु हरकृष्ण महाराज जी ने जदों 5 पैसे नारियल दे करके भाई गुरदित्ता जी नूं तोरिया सी, तुसीं जाके बाबा बसै जी ग्राम बकाले नावें पातशाह महाराज जी की सेवा करनी है। भाई गुरदित्ता जी ने फिर महाराज जी की सेवा की, गुरु नावें पातशाह महाराज दे चरनां विच रहे, बहुत सेवा की। ब्रह्म ज्ञानता की अवस्था हे 10वें पातशाह महाराज जी गुरता गद्दी दा तिलक भाई गुरदित्ता जी ने दिता और 10वें पातशाह दे चरनां विच रह के सेवा की। फिर इन्हां तो अगे बाबा भाई गुरदित्ता जी दे पुत्र होए भाई राम कोयर जी। एक बारी माता गुजरी जी ने कहा गुरु गोबिंद सिंह जी महाराज नूं, कहण लगे लाल जी किसी ब्रह्म ज्ञानी दे दर्शन करवाओ। गुरु गोबिंद सिंह जी महाराज ने रमदास नगर तो भाई राम कोयर जी नूं सद्दिया। पालकी दे विच महाराज कहंदे लैके आउणा। जदों गुरु गोबिंद सिंह जी महाराज गुरता गद्दी ते विराजमान होए, भाई राम कोयर जी की उम्र 5 साल की सी। ते फिर पालकी विच महाराज उदों गुरता गद्दी ते विराजमान सन 10वें पातशाह भाई राम कोयर जी नूं लियांदा। बहुत चंगा उच्चा आसन ला के पलंग ला के भाई राम कोयर जी नूं बिठाया उसने, ते जाके माता जी नूं कहा माता जी तुसीं कहंदे सी ब्रह्म ज्ञानी दे दर्शन करने, आओ तुहानूं ब्रह्म ज्ञानी दे दर्शन कराइए। माता गुजरी जी नूं लिया के भाई राम कोयर जी दे अगे खड़े कर, आ कर लो दर्शन, ये ब्रह्म ज्ञानी ने। भाई राम कोयर जी उठे, माता जी ने 10वें पातशाह जी दे सत्कार कीता। माता जी ने यह सत्कार कीता भी गुरु घर दे विच ब्रह्म ज्ञानी नूं दर्जा बहुत वड्डा है। फिर समा पा के जदों अमृत छकाया, भाई राम कोयर जी ने अमृत छकिया ते 9 रखिया गया बाबा गुरबख्श सिंह।
ਮਹਾਰਾਜ ਦੇ ਚਰਨਾਂ 'ਚ ਸੇਵਾ ਕਰਦੇ ਰਹੇ। ਗੁਰੂ ਸਾਹਿਬ ਜੀ ਜਦੋਂ ਦਮਦਮਾ ਸਾਹਿਬ ਸਨ, ਇੱਥੋਂ ਜਦੋਂ ਅੱਗੇ ਜਾਣ ਲੱਗੇ ਤਾਂ ਭਾਈ ਰਾਮ ਕੌਰ ਜੀ ਦੀ ਮਾਤਾ ਆਈ ਸੀ। ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰਕੇ ਇਹ ਮੇਰੇ ਪੁੱਤਰ ਨੂੰ, ਮੈਂ ਪੁੱਤਰ ਮੋਹ ਵਿੱਚ ਆ, ਮੇਰੇ ਨਾਲ ਭੇਜ ਦਿਓ ਤੁਸੀਂ ਤਾਂ ਹਜੂਰ ਸਾਹਿਬ ਨੂੰ ਸੁਣਿਆ ਦੱਖਣ ਵੱਲ ਜਾਣਾ। ਮਹਾਰਾਜ ਕਹਿਣ ਲੱਗੇ ਹਾਂ। ਭਾਈ ਰਾਮ ਕੌਰ ਗੁਰਬਖਸ਼ ਸਿੰਘ ਜੀ ਤੁਹਾਡੀ ਮਾਤਾ ਜੀ ਆਏ ਆ, ਤੁਸੀਂ ਇਹਨਾਂ ਨਾਲ ਚਲੇ ਜਾਓ। ਹੁਕਮ ਮੰਨ ਕੇ ਰਮਦਾਸ ਪਿੰਡ ਆ ਗਏ ਤੇ ਸਤਿਗੁਰੂ ਕੋਲ ਜਦੋਂ ਤੁਰਨ ਲੱਗੇ ਉਦੋਂ ਬੇਨਤੀ ਕੀਤੀ ਸੀ ਮਹਾਰਾਜ ਵੀ ਮੈਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ। ਮਹਾਰਾਜ ਕਹਿੰਦੇ ਜਦੋਂ ਤੁਸੀਂ ਘੋੜੇ ਤੇ ਸਵਾਰ ਹੋ ਕੇ ਜੰਗਲ ਵੱਲ ਜਾਇਆ ਕਰੋਗੇ ਤਾਂ ਸਾਨੂੰ ਤੁਸੀਂ ਉੱਥੇ ਵੇਖਿਆ ਕਰੋਗੇ, ਭਾਵ ਸਾਡੇ ਦਰਸ਼ਨ ਕਰਿਆ ਕਰੋਗੇ। ਇਹ ਵਰ ਬਚਨ ਬਖਸ਼ਿਆ ਤੇ ਭਾਈ ਰਾਮ ਕੌਰ ਜੀ ਫਿਰ ਰਮਦਾਸ ਪਿੰਡ ਆ ਗਏ। ਇੱਥੇ ਰੋਜ਼ ਹੁਣ ਦਰਸ਼ਨਾਂ ਦੀ ਇੱਛਾ ਹੋਣੀ ਤਾਂ ਘੋੜੇ ਤੇ ਸਵਾਰ ਹੋਣਾ। ਇਤਿਹਾਸ ਵਿੱਚ ਲਿਖਿਆ ਘੋੜੇ ਤੇ ਸਵਾਰ ਇੱਕ ਪਾਸੇ ਨੂੰ ਲੱਤਾਂ ਕਰਕੇ ਬੈਠ ਜਾਂਦੇ ਹੁੰਦੇ ਸੀ। ਕੋਈ ਘੋੜੇ ਦੇ ਬਾਗ ਨਹੀਂ ਸੀ ਪਾਉਂਦੇ, ਉਹਦੇ ਮਨ ਨੂੰ ਪ੍ਰੇਰ ਦਿੰਦੇ ਸੀ, ਉਧਰ ਨੂੰ ਘੋੜਾ ਲੈ ਜਾਂਦਾ। ਦੋਨੇ ਆਮ ਤੌਰ ਤੇ ਘੋੜੇ ਦੀ ਸਵਾਰੀ ਆਪਾਂ ਵੇਖਦੇ ਹਾਂ, ਦੋਨੇ ਪਾਸੇ ਲੱਤਾਂ ਕਰਕੇ ਬੈਠਦਾ ਘੋੜੇ ਦੀਆਂ ਵਾਗਾਂ ਫੜ ਕੇ। ਬਾਬਾ ਰਾਮ ਕੌਰ ਜੀ ਇੱਕ ਪਾਸੇ ਨੂੰ ਬਹਿ ਜਾਣਾ, ਸਰੀਰ ਉਹਨਾਂ ਦਾ ਭਾਰਾ ਸੀ। ਇਉਂ ਦਰਸ਼ਨ ਕਰਨੇ, ਇਹੋ ਜਿਹਾ ਜਿਹੜਾ ਮਨ ਸੀ ਬ੍ਰਹਮ ਗਿਆਨਤਾ ਦੇ ਵਿੱਚ, ਕਿਉਂਕਿ ਜਦੋਂ ਸੁਰਤੀ ਬ੍ਰਹਮ ਨਾਲ ਜੁੜ ਜਾਂਦੀ ਹੈ ਨਾ, ਫਿਰ ਪਦਾਰਥ ਦੀ ਵੀ ਕੋਈ ਇੱਛਾ ਨਹੀਂ, ਪਦਾਰਥ ਛਕਦੇ ਜ਼ਰੂਰ ਹੈ। ਸਰੀਰ ਭਾਰਾ ਸੀ। ਇੱਕ ਸੇਵਕ ਨੂੰ ਹਰ ਸਮੇਂ ਜਿਹਨੂੰ ਕੋਲ ਰੱਖਦੇ ਉਹਨੂੰ ਪਤਾ ਸੀ ਬਾਬਾ ਜੀ ਦੀ ਅਵਸਥਾ ਦਾ। ਜੇ ਕਦੋਂ ਉਹਨੇ ਕਹਿਣਾ ਬਾਬਾ ਜੀ, ਇਤਿਹਾਸ ਵਿੱਚ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਜਿਹੜਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਉਹਨਾਂ ਨੇ ਸਾਰੀ ਗੱਲ ਸਪਸ਼ਟ ਕੀਤੀ ਕਿ ਭਾਈ ਇਹ ਉਹ ਸਾਖੀਆਂ ਨੇ ਜਿਹੜੀਆਂ ਬਾਬਾ ਰਾਮ ਕੌਰ ਜੀ ਨੇ ਲਿਖਵਾਈਆਂ। ਜਦੋਂ ਹਜੂਰ ਸਾਹਿਬ ਮਹਾਰਾਜ ਸੱਚਖੰਡ ਗਏ, ਉੱਥੋਂ ਫਿਰ ਉਸ ਸਮੇਂ ਬਰਾਗ ਵਿੱਚ ਆਏ ਬਹੁਤ ਸਿੱਖ, ਕੋਈ ਸਾਧੂ ਬਣ ਕੇ ਕਿਸੇ ਪਾਸੇ ਨਿਕਲ ਗਿਆ, ਕੋਈ ਕਿਸੇ ਪਾਸੇ। ਕੁਝ ਗੁਰਸਿੱਖ ਹਜੂਰ ਸਾਹਿਬ ਰਹੇ, ਕੁਝ ਫਿਰ ਇੱਕ ਜਿਨ੍ਹਾਂ ਵਿੱਚ ਭਾਈ ਸਾਹਿਬ ਸਿੰਘ, ਇੱਕ ਤਾਂ ਪੰਜ ਪਿਆਰਿਆਂ ਵਿੱਚੋਂ ਇਹ ਨੇ ਸਾਹਿਬ ਸਿੰਘ, ਇੱਕ ਹੋਰ ਸਿੱਖ ਸੀ ਸਾਹਿਬ ਸਿੰਘ, ਇਹ ਲਿਖਾਰੀ ਸੀ। ਕੁਝ ਗੁਰਸਿੱਖ ਇਹ ਫਿਰ ਬਰਾਗ ਵਿੱਚ ਬਹੁਤ ਸੀ ਤੇ ਇਹ ਰਮਦਾਸ ਪਿੰਡ ਆ ਗਏ। ਇੱਥੇ ਬਰਾਗ 'ਚ ਰਿਹਾ ਕਰਨ। ਬਾਬਾ ਰਾਮ ਕੌਰ ਜੀ ਕਹਿੰਦੇ ਭਾਈ ਇਹਨੇ ਬਰਾਗ ਵਿੱਚ ਕਿਉਂ? ਕਹਿੰਦੇ ਬਾਬਾ ਜੀ 10ਵੇਂ ਪਾਤਸ਼ਾਹ ਮਹਾਰਾਜ ਸੱਚਖੰਡ ਜਾ ਬਰਾਜੇ, ਉਹਨਾਂ ਦੀਆਂ ਗੱਲਾਂ ਯਾਦ ਕਰ ਕਰਕੇ ਬਰਾਗ ਆ ਜਾਂਦਾ। ਬਾਬਾ ਜੀ ਕਿਰਪਾ ਕਰੋ, ਤੁਸੀਂ ਬ੍ਰਹਮ ਗਿਆਨੀ ਹੋ। ਭਾਈ ਬਾਲਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ, ਜਨਮ ਸਾਖੀ ਗੁਰੂ ਅੰਗਦ ਦੇ ਮਹਾਰਾਜ ਕੋਲ ਬੈਠ ਕੇ ਸਾਰੀ ਲਿਖਵਾਈ ਸਾਖੀ, ਤੇ ਤੁਸੀਂ ਵੀ ਪਰਿਵਾਰ ਬਾਬਾ ਬੁੱਢਾ ਜੀ ਤੋਂ ਗੁਰੂ ਘਰ ਦੀ ਸੇਵਾ ਕਰਦੇ ਹੋ, ਆਪ ਜੀ ਕਿਰਪਾ ਕਰੋ ਇਤਿਹਾਸ। ਫਿਰ ਭਾਈ ਰਾਮ ਕੌਰ ਜੀ ਨੇ ਸਾਖੀਆਂ ਸੁਣਾਉਣੀਆਂ, ਭਾਈ ਸਾਹਿਬ ਸਿੰਘ ਲਿਖਾਰੀ ਨੇ ਲਿਖਣੀਆਂ। ਇਹ ਫਿਰ ਬਹੁਤ ਸਮਾਂ ਸਾਖੀਆਂ ਲਿਖੀਆਂ ਰਹੀਆਂ। ਜਿਹੜੀ ਮਹਾਰਾਜੇ ਪਟਿਆਲੇ ਦੀ ਭੈਣ ਵਿਆਹੀ ਸੀ ਬੀਬੀ ਪ੍ਰਧਾਨ ਕੌਰ, ਇਹ ਫਿਰ ਬਾਬਾ ਬੁੱਢਾ ਜੀ ਦੀ ਅੰਸ਼-ਵੰਸ਼ ਵਿੱਚ ਵਿਆਹੀ ਤੇ ਸਮਾਂ ਪਾ ਕੇ ਉੱਥੋਂ ਫਿਰ ਇਹ ਆ ਗਈ ਸੀ ਬੀਬੀ ਪ੍ਰਧਾਨ ਕੌਰ ਇੱਧਰ। ਤੇ ਉਹ ਜਿਹੜੀਆਂ ਸਾਖੀਆਂ ਸਨ ਨਾ, ਉਹ ਬੀਬੀ ਪ੍ਰਧਾਨ ਕੌਰ ਦੇ ਰਾਹੀਂ ਆਈਆਂ ਸੀ। ਜਦੋਂ ਕੈਂਥਲ ਵਾਲੇ ਰਾਜੇ ਨੇ ਕਿਹਾ ਭਾਈ ਸੰਤੋਖ ਸਿੰਘ ਜੀ ਨੂੰ ਕਿ ਤੁਸੀਂ ਇਤਿਹਾਸ ਲਿਖੋ ਗੁਰੂ ਕਾ, ਉਹ ਕਹਿੰਦੇ ਜੀ ਵੀ ਸਾਨੂੰ ਫਿਰ ਜਿਹੜਾ ਅਸੀਂ ਓਟ ਆਸਰਾ ਲੈਣਾ ਹੈ ਉਹ ਸਾਖੀਆਂ ਲਿਖੀਆਂ, ਉਹਦੇ ਆਧਾਰ ਤੇ ਇਤਿਹਾਸ ਲਿਖਾਂਗੇ।
क्योंकि नानक प्रकाश लिखता सी पहला कि वो तो असी भाई बाला जी की जन्म साखी आधार बना के लिखिया। गुरु अंगद दे महाराज तो लैके 10वें पातशाह तक दियां साखियां लिखियां हुईयां ने। वो बाबा जी के नगर रमदास पिंड ने। फिर कैंथल वाले राजे ने पटियाले वाले राजे नूं कहा, उतों कह करके फिर बीबी प्रधान कौर राही वो साखियां कविराज भाई संतोख सिंह जी कोल आईयां ते उन्हां ने विच छंदाबंदी नाल इतिहास विस्तार नाल सारा लिखिया। जिन्नी होर खोज होई वो कीती। तो कहण दा भाव ऐसे ब्रह्म ज्ञानी जिन्हां ने देखो अंतरजामता नाल सारा इतिहास लिखाया दूजे पातशाह तो लैके, ऐसे ब्रह्म ज्ञानी पुरुष सेवक हुंदा सी। उहदे कोल एक रस्सी हुंदी सी। ਉਹਨੇ ਬਾਬਾ ਰਾਮ ਕੌਰ जी ਦੇ पेट ਤੇ ਲਾ ਕੇ ਨਾਪ ਲੈਣਾ पेट ਤੇ ਜਦੋਂ ਆਪਣੇ ਦਾਜੇ ਨੇ ਕਹਿਣਾ ਬਾਬਾ ਜੀ ਹੁਣ ਤੁਹਾਨੂੰ ਭੁੱਖ ਲੱਗੀ ਹੋਈ ਹੈ, ਕਹਿਣਾ ਅੱਛਾ ਭਾਈ ਭੁੱਖ ਲੱਗੀ ਹੈ ਸਾਨੂੰ, ਚੰਗਾ ਲਿਆ ਫਿਰ ਛਕਾ ਦੇ। ਐਡੀ ਆਤਮ ਦ੍ਰਿਸ਼ਟੀ ਸੀ ਬ੍ਰਹਮ ਨਾਲ ਜੁੜੇ ਕਿ ਸਰੀਰ ਦੀ ਭੁੱਖ ਦਾ ਵੀ ਕੋਈ ਭਾਵ ਨਹੀਂ ਸੀ ਅੰਦਰ। ਚੰਗਾ ਭਾਈ ਫਿਰ ਜੇ ਭੁੱਖ ਲੱਗੀ ਹੈ ਲਿਆ, ਛਕਣ ਲੱਗ ਜਾਣਾ, ਛਕੀ ਜਾਣਾ। ਫਿਰ ਉਹਨੇ ਕਹਿਣਾ ਬਾਬਾ ਜੀ ਨੇ ਭਾਈ ਦੱਸ ਦੀ ਜਦੋਂ ਅਸੀਂ ਰੱਜ ਗਏ। ਤੇ ਉਹਦੇ ਕੋਲ ਇੱਕੋ ਇੰਨੀ ਨਿਸ਼ਾਨੀ ਲਾਉਂਦੀ ਰੱਸੀ ਪੇਟ ਦੇ ਦਾਲੇ ਫੇਰ ਲਪੇਟਣੀ। ਜਦੋਂ ਦੇਖਣਾ ਬਾਬਾ ਜੀ ਹੁਣ ਤੁਸੀਂ ਰੱਜ ਗਏ ਹੋ, ਤੁਹਾਡਾ ਪੇਟ ਭਰ ਗਿਆ। ਅੱਛਾ ਭਾਈ ਭਰ ਗਿਆ, ਫਿਰ ਚੰਗਾ ਲੈ ਜਾਓ ਜਾ ਕੇ ਬਾਕੀ ਦਾ। ਹੁਣ ਅੱਜ ਕੱਲ ਜੇ ਕੋਈ ਇਹ ਜਾਵੇ ਦੁਨੀਆ ਅੱਜ ਕੱਲ ਤੱਕ ਲੈ ਇਹ ਕੋਈ ਗੱਲ ਆ, ਇਹ ਹੁਣ ਉਸ ਭਾਵਨਾ ਵਿੱਚ ਕੋਈ ਵਰਤੋਂ ਉਹੀ ਜਾਣ ਸਕਦਾ। ਤੇ ਬਿਰਤੀ ਇੱਕ ਰਸ ਐਸੀ ਸੀ ਜੋ ਵਚਨ ਕਰਤਾ ਟਲ ਹੁੰਦਾ ਸੀ। ਮਹਾਰਾਜ ਦੇ ਦਰਸ਼ਨ ਕਰਦੇ ਹੁੰਦੇ। ਐਸੇ ਆਤਮ ਰਸ ਬਿਰਤੀ ਵਾਲੇ ਇੱਕ ਵਾਰੀ ਤੁਰਕੀ ਫੌਜਾਂ ਨੇ ਬਾਬਾ ਜੀ ਦਾ ਘਰ ਡੇਰਾ ਲੁੱਟ ਲਿਆ। ਨੰਗੀਆਂ ਜਾਂਦੀਆਂ ਤੁਰਕਾਂ ਦੀਆਂ ਫੌਜਾਂ ਸੀ। ਤੇ ਜਦੋਂ ਲਾਹੌਰ ਦੇ ਸੂਬੇ ਨੂੰ ਪਤਾ ਲੱਗਿਆ, ਉਹਨੂੰ ਪਤਾ ਸੀ ਬਾਬਾ ਜੀ ਬ੍ਰਹਮ ਗਿਆਨੀ ਹੈ, ਜੇ ਕੋਈ ਬਚਨ ਕਰਤਾ ਉਹ ਟਲ ਹੋਊ। ਉਹ ਬਹੁਤ ਛੇਤੀ ਕਾਹਲੀ ਨਾਲ ਆਇਆ, ਬਾਬਾ ਰਾਮ ਕੌਰ ਜੀ ਨੂੰ ਆ ਕੇ ਮੱਥਾ ਟੇਕਿਆ, ਮਾਫੀਆਂ ਮੰਗੇ। ਬਾਬਾ ਜੀ ਇਹ ਸਾਤੋਂ ਭੁੱਲ ਹੋ ਗਈ, ਤੁਹਾਡਾ ਘਰ ਲੁੱਟ ਲਿਆ ਤੁਰਕਾਂ ਫੌਜਾਂ ਨੇ। ਨਿਗਾਹ ਜੀ ਮਾਰ ਕੇ ਕਹਿੰਦੇ ਅੱਛਾ ਸਾਡਾ ਤਾਂ ਭਾਈ ਕੁਛ ਲੁੱਟਿਆ ਲੱਗਦਾ ਨਹੀਂ। ਕਹਿੰਦੇ ਨਹੀਂ ਬਾਬਾ ਜੀ ਇਹ ਤਾਂ ਸਭ ਕੁਝ ਲੁੱਟ ਕੇ ਲੈ ਗਏ, ਮੈਂ ਤਾਂ ਮਾਫੀ ਮੰਗਣ ਆਇਆ। ਅਸੀਂ ਤਾਂ ਮਾਫੀ ਮੰਗਦੇ ਹਾਂ, ਉਹਦਾ ਸਾਰਾ ਕੁਝ ਲੈ ਗਏ। ਨਿਗਾਹ ਮਾਰ ਕੇ ਬਾਜ ਬਹੁਤ ਰੱਖੇ ਹੁੰਦੇ ਸੀ ਕੰਧ ਦੇ ਉੱਤੇ, ਪੁਰਾਣੇ ਸਮਿਆਂ ਵਿੱਚੋਂ ਕਿੱਲੀਆਂ ਲਾਈਆਂ, ਉਹ ਕਿੱਲੀਆਂ ਵੀ ਲੈ ਗਏ ਸੀ। ਨਿਗਾਹ ਮਾਰ ਕੇ ਕਹਿੰਦੇ ਅੱਛਾ ਹਾਂ, ਕਹਿੰਦੇ ਕਿੱਲੀਆਂ ਹੈ ਨਹੀਂ ਸਾਡੀਆਂ, ਫਿਰ ਉਹ ਲਿਆ ਕੇ ਦਿਓ। ਉਹ ਬਿਰਤੀ ਇੱਕ ਰਸ ਐਸੀ ਸੀ ਕਿ ਜਾਣ ਗਏ ਬ੍ਰਹਮ ਗਿਆਨ ਬਿਰਤੀ, ਹੋਰ ਕਿਸੇ ਪਦਾਰਥ ਦਾ ਨਹੀਂ। ਜਿਹੜੀ ਚੀਜ਼ ਸਾਹਮਣੇ ਦਿੰਦੀ ਸੀ ਉਹੀ ਉਹਦੇ ਤੇ ਨਿਗਾਹ ਰੱਖੀ। ਘਰ ਵਿੱਚ ਕੀ ਕੁਛ ਹੈ ਉਹਦਾ ਕੋਈ ਭਾਵ ਨਹੀਂ। ਕਹਿੰਦੇ ਵੀ ਉਹ ਕਿੱਲੀਆਂ ਸਾਡੇ ਬਾਜਾਂ ਦੀਆਂ, ਉਹ ਲਿਆ ਕੇ ਦਿਓ। ਇਸ ਤਰ੍ਹਾਂ ਦੀ ਬਿਰਤੀ ਵਾਲੇ ਭਾਈ ਰਾਮ ਕੌਰ ਜੀ ਬ੍ਰਹਮ ਗਿਆਨੀ ਪੁਰਸ਼। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਹੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਜੋ ਫਿਰ ਅਸ਼ਟਪਦੀ ਦੇ ਵਿੱਚ ਬ੍ਰਹਮ ਗਿਆਨੀ ਦਾ ਭਾਵ ਦੱਸਿਆ, ਉਹ ਸਾਰਾ ਬਾਬਾ ਜੀ ਦੇ ਜੀਵਨ ਤੇ ਢੁਕਦਾ ਹੁੰਦਾ ਸੀ, ਜਿਨ੍ਹਾਂ ਨੇ ਗੁਰਮੁਖੋ ਬਹੁਤ ਫਿਰ ਇਤਿਹਾਸ ਲਿਖਾਇਆ। ਇੱਕ ਰਸ ਬੈਠੇ ਲਿਖਵਾਈ ਜਾਣਾ, ਭਾਈ ਸਾਹਿਬ ਸਿੰਘ ਜੀ ਨੇ ਲਿਖੀ ਜਾਣਾ। ਤੇ ਇਹ ਆਪਣੇ ਤੇ ਪਰਉਪਕਾਰ ਕੀਤਾ ਕਿ ਉਹ ਇਤਿਹਾਸ ਫਿਰ ਅੱਗੇ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਲਿਖਿਆ, ਜੋ ਅੱਜ ਪ੍ਰਚਾਰਕ ਇਤਿਹਾਸ ਸੁਣਾਉਂਦੇ ਆ। ਅੱਗੇ ਦੀ ਅੱਗੇ ਫਿਰ ਹੋਰ ਗੁਰਮੁਖਾਂ ਖੋਜ ਕਰ ਕਰਕੇ ਇਤਿਹਾਸ ਬਣਾਇਆ ਤੇ ਕਿੰਨੀ ਦੁਨੀਆ ਰੋਜੀ ਰੋਟੀ ਪਾਤੀ। ਹਾਲਾਂਕਿ ਹੁਣ ਅਸੀਂ ਕੋਈ ਕੀਤਾ ਤਾਂ ਨਹੀਂ ਹੈ, ਨਾ ਬਾਣੀ ਰਚੀ, ਨਾ ਇਤਿਹਾਸ ਬਣਾਇਆ, ਨਾ ਕੁਛ। ਤੇ ਹਜ਼ਾਰਾਂ ਲੱਖਾਂ ਦੁਨੀਆ ਰੋਟੀ ਖਾਈ ਜਾਂਦੀ ਹੈ ਇਤਿਹਾਸ ਸੁਣਾ ਕੇ। ਇਹ ਪਰਮੇਸ਼ਰ ਦੀ ਕਲਾ ਹੈ। ਇਸ ਕਰਕੇ ਐਸੇ ਗੁਰਮੁਖ ਜਿਹੜੇ ਹੈ ਉਹ ਭਾਈ ਇੱਕ ਰਸ ਬਿਰਤੀ ਦੇ ਮਾਲਕ ਹੁੰਦੇ ਆ। ਤੇ ਮਹਾਰਾਜ ਦੀ ਪਾਵਨ ਬਾਣੀ ਇਹਦੇ ਵਿੱਚ ਸਾਰੀਆਂ ਅਵਸਥਾ ਦਾ ਜ਼ਿਕਰ ਹੈ। ਜਿਗਿਆਸੂ ਦੀ ਅਵਸਥਾ ਕੈਸੀ ਹੈ, ਸਿੱਖ ਦੀ ਅਵਸਥਾ ਕੈਸੀ ਹੈ, ਸਾਧੂ ਦੀ ਅਵਸਥਾ ਕੈਸੀ ਹੈ, ਬ੍ਰਹਮ ਗਿਆਨੀ ਦੀ ਅਵਸਥਾ ਕੈਸੀ ਹੈ, ਇਹ ਸਭ ਕੁਝ ਸਾਡੇ ਸਾਹਮਣੇ ਹੈ।
ਤੇ ਪਾਵਨ ਗੁਰਬਾਣੀ ਨਾਲ ਜਦੋਂ ਅਸੀਂ ਜੁੜਾਂਗੇ, ਗੁਰੂ ਸਾਹਿਬ ਦਾ ਓਟ ਆਸਰਾ ਲਵਾਂਗੇ, ਤਾਂ ਮਾਲਿਕ ਕਿਰਪਾ ਕਰਦਾ ਹੈ। ਕੋਈ ਵੀ ਸੇਵਾ ਸਿਮਰਨ ਵਾਲਾ ਜੀਵਨ ਬਣਾ ਲੇ, ਗੁਰੂ ਸਾਹਿਬ ਦੀ ਕਿਰਪਾ ਹੋ ਜੇ, ਤਾਂ ਇਹ ਅਵਸਥਾਵਾਂ ਦੀ ਪ੍ਰਾਪਤੀ ਬੇਅੰਤ ਗੁਰਮੁਖਾਂ ਨੂੰ ਪ੍ਰਾਪਤ ਹੋਈ, ਹੁਣ ਵੀ ਹੈ, ਇਹ ਅੱਗੇ ਵੀ ਹੁੰਦੀ ਰਹਿਣੀ ਹੈ, ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋਈ ਜਾਣੀ ਹੈ। ਐਸਾ ਨਹੀਂ ਹੁੰਦਾ ਕਿ ਕੋਈ ਹੁੰਦਾ ਹੀ ਨਹੀਂ ਹੈ ਕੁਛ। ਆਪਾਂ ਨੂੰ ਲੱਗਦਾ, ਕਿਉਂਕਿ ਸਾਡੀ ਜਦੋਂ ਕਿਤੇ ਪਹੁੰਚ ਨਾ ਹੋਵੇ, ਸਾਨੂੰ ਐਂ ਲੱਗਦਾ ਸਾਰੀ ਦੁਨੀਆ ਸਾਡੇ ਵਰਗੀ ਹੋਈ ਹੈ। ਫਿਰ ਅੱਜ ਕੱਲ੍ਹ ਇੱਕ ਚੱਲ ਪਈ ਗੱਲ, ਕਹਿੰਦੇ ਕੋਈ ਸਾਧ ਸੰਤ ਨਹੀਂ ਹੁੰਦਾ ਹੈ। ਉਹ ਕਾਰਨ ਕੀ ਹੈ? ਹੁਣ ਬੰਦਾ ਕਹਿੰਦਾ ਵੀ ਮੇਰੇ ਵਰਗੇ ਹੀ ਆ ਸਾਰੇ, ਪਰ ਹੁੰਦੇ ਤਾਂ ਹੈਗੇ। ਬਾਣੀ ਵਿੱਚ ਕੋਈ ਕਲਪਨਾ ਤਾਂ ਨਹੀਂ ਕੀਤੀ ਵੀ ਬ੍ਰਹਮ ਗਿਆਨੀ ਸਾਧੂ ਸੰਤ ਦੀ ਕੋਈ ਐਵੇਂ ਮਨ ਦੀਆਂ ਕਲਪਨਾ ਨਾਲ ਹੀ ਮਹਾਰਾਜ ਇੰਨਾ ਲਿਖੀ ਗਏ, ਇੰਨੀ ਵਡਿਆਈ ਉਚਾਰੀ ਗਏ। ਇਹ ਜਿਨ੍ਹਾਂ ਨੇ ਕਮਾ ਲਿਆ ਜੀਵਨ ਵਿੱਚ, ਮਾਲਿਕ ਕਿਰਪਾ ਕਰ ਦਿੰਦਾ। ਤੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜੀਏ, ਗੁਰੂ ਸਾਹਿਬ ਕਿਰਪਾ ਕਰਨ। ਜੋ ਪਰਿਵਾਰ ਨੇ ਮਹਾਰਾਜ ਜੀ ਦਾ ਓਟ ਆਸਰਾ ਲਿਆ, ਭਾਈ ਕੇਰ ਸਿੰਘ, ਭਾਈ ਸਵਰਨ ਸਿੰਘ ਹੁਣ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਦਇਆ ਮਿਹਰ ਤੇ ਮਹਾਰਾਜ ਦੇ ਦਰ ਘਰ ਦੀ ਸੇਵਾ ਕਰਨ ਵਾਲੇ, ਫਿਰ ਬਹੁਤ ਸਤਿਕਾਰਯੋਗ ਭਾਈ ਮੇਹਰ ਸਿੰਘ, ਜਿਨ੍ਹਾਂ ਨੂੰ ਅਸੀਂ ਬਾਬਾ ਮੇਹਰ ਕਿਰਪਾ ਮਾਲਕ ਦੀ, ਇਹ ਬਹੁਤ ਇਤਿਹਾਸ ਉਹਨਾਂ ਦੇ ਯਾਦ ਸੀ, ਤੇ ਉਹ ਵੀ ਅੱਜ ਦੇ ਦਿਨ ਅਕਾਲ ਚਲਾਣਾ ਕਰ ਗਏ ਸਨ, ਲਗਭਗ 3 ਸਾਲ ਪਹਿਲਾਂ। ਤੇ ਸਾਖੀਆਂ ਦਾ ਬਹੁਤ ਸ਼ੌਂਕ ਹੁੰਦਾ ਸੀ। ਮੈਂ ਕਹਿਣਾ ਇਤਿਹਾਸ ਸਾਖੀ ਸੁਣਾਓ, ਤੇ ਆਪ ਨੂੰ ਵੀ ਹੁੰਦਾ ਸੀ। ਹੁਣ ਕਈ ਵਾਰ ਹੁਣ ਆਪਾਂ ਬਾਅਦ 'ਚ ਉਹਨੂੰ ਕਿ ਸੇਵਾ ਵੀ ਬਹੁਤ ਕੀਤੀ, ਨਿਸ਼ਕਾਮ ਸੇਵਾ ਵੀ ਦ੍ਰਿੜਤਾ ਨਾਲ ਕੀਤੀ। ਦ੍ਰਿੜਤਾ ਸੀ ਗੁਰੂ ਘਰ ਲਈ ਵਫਾਦਾਰੀ ਸਮਰਪਿਤ ਹੋ ਕਰਕੇ, ਜਿਹੜੀ ਕੋਈ ਡਿਊਟੀ ਸੀ ਉਸ ਸਮੇਂ ਉਹ ਕਰੀ ਜਾਣੀ ਆਪਣੇ ਘਰ ਦੇ ਕਾਰਜਾਂ ਦੇ ਨਾਲ ਨਾਲ, ਜਿਵੇਂ ਪਹਿਲਾਂ ਤੋਂ ਆਪਣੇ ਬਜ਼ੁਰਗ ਕਰਦੇ ਆਏ ਹੈ। ਇਹ ਮਹਾਰਾਜ ਦੀ ਕਿਰਪਾ ਦਇਆ ਨਗਰ ਦੇ ਉੱਤੇ। ਤੇ ਇਸ ਤਰ੍ਹਾਂ ਇਹ ਸਾਰੇ ਹੀ ਭਰਾਵਾਂ ਦਾ ਉਦਮ ਪੁਰਸਾਰਥ। ਫਿਰ ਅੱਗੇ ਭਾਈ ਜਸਵਿੰਦਰ ਸਿੰਘ ਜੱਸੀ, ਬਲਰਾਜ ਸਿੰਘ ਜੋ ਕੈਨੇਡਾ ਰਹਿ ਕਰਕੇ ਮਿਹਨਤ ਕਰਦਾ, ਬਹੁਤ ਸਿਆਣਾ, ਗੁਰੂ ਮਹਾਰਾਜ ਦੀ ਕਿਰਪਾ ਤੇ ਸਤਿਗੁਰੂ ਸੱਚੇ ਪਾਤਸ਼ਾਹ। ਆਪਾਂ ਅਰਦਾਸ ਬੇਨਤੀ ਸਾਰਿਆਂ ਹੀ ਕਰਨੀ ਹੈ ਕਿ ਮਹਾਰਾਜ ਇਉਂ ਹੀ ਚੜ੍ਹਦੀਆਂ ਕਲਾ ਬਖਸ਼ਣ, ਤੰਦਰੁਸਤੀਆਂ ਬਖਸ਼ਣ, ਤੇ ਗੁਰੂ ਸਾਹਿਬ ਜੀ ਮਿਹਰ ਕਰਦੇ ਨੇ, ਕਿਰਪਾ ਕਰਦੇ ਆ। ਇਹ ਗੁਰਮੁਖੋ ਜੀਵਨ ਦਾ ਜਿਹੜਾ ਸਾਡਾ ਮਕਸਦ ਹੁੰਦਾ ਹੈ, ਉਹ ਇਹੀ ਹੈ ਕਿ ਆਤਮ ਪਰਮਾਤਮ ਇੱਕ ਹੋਣਾ। ਬਾਕੀ ਸੰਸਾਰ ਦੇ ਕਾਰਜ ਦੇ ਵਿੱਚ ਮਹਾਰਾਜ ਦਾ ਓਟ ਆਸਰਾ ਲੈਣਾ। ਤੁਸੀਂ ਆਪ ਪਹੁੰਚੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤਾਂ ਆਓ ਹੁਣ ਇੱਥੇ ਹੀ ਸਮਾਪਤੀ ਕਰੀਏ, ਟਾਈਮ ਕਾਫੀ ਹੋ ਗਿਆ ਹੈ। ਆਨੰਦ ਸਾਹਿਬ 6 ਪੌੜੀਆਂ ਕੀ ਜੋ ਪਾਠ ਉਪਰੰਤ ਅਰਦਾਸ ਹੋ। ਪਰਿਵਾਰ ਦਾ ਸੀ ਕੀਰਤਨ ਕਰ ਲਓ। ਮੈਂ ਕਿਹਾ ਵੀ ਚੱਲ ਟਾਈਮ ਫਿਰ ਸੀਮਤ ਹੀ ਹੁੰਦਾ, ਇਸ ਕਰਕੇ ਫਿਰ ਉਹ ਜਿਹੜਾ ਕੀਰਤਨ ਦਾ ਹੁੰਦਾ ਉਹ ਤੁਹਾਨੂੰ 15 ਮਿੰਟ ਪਹਿਲਾਂ 20 ਮਿੰਟ ਭੂਮਿਕਾ ਦੇ ਨਿਕਲ ਜਾਂਦੇ ਆ, ਤੇ ਇਸ ਕਰਕੇ ਚਲੋ ਕਥਾ ਕਰ ਲਾਂਗੇ ਮਹਾਰਾਜ ਦੀ ਹਜ਼ੂਰੀ 'ਚ, ਜਿੰਨਾ ਜਿਹੋ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਤੂੰ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ, ਕਿਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇਆ। ਆਪਾਂ ਇਹ ਪੰਕਤੀਆਂ ਤੇ ਵਿਚਾਰ ਕੀਤੀ ਹੈ। ਬਾਕੀ ਇਹ ਕੋਈ ਵਿਚਾਰ ਅੰਤ ਨਹੀਂ ਹੈ। ਇਹ ਤਾਂ ਇੱਕ ਆਪਾਂ ਕਹੀਏ ਵੀ ਸਮੁੰਦਰ ਵਿੱਚੋਂ ਬੂੰਦਕ ਕੋਈ ਗੱਲ ਕੱਢ ਲਈ, ਅਜੇ ਤਾਂ ਇਹਦੀ ਜਿਹੜੀ ਵਿਚਾਰ ਹੈ ਉਹ ਤਾਂ ਅੰਤ ਹੀ ਕੋਈ ਨਹੀਂ ਹੈ। ਬ੍ਰਹਮ ਗਿਆਨੀ ਦੀ ਪੂਰਨ ਵਿਆਖਿਆ ਕੋਈ ਮਨੁੱਖੀ ਬੁੱਧੀ ਨਹੀਂ ਕਰ ਸਕਦੀ। ਇਹ ਤਾਂ ਗੁਰੂ ਹੀ ਜਾਣਦਾ ਅਵਸਥਾ ਨੂੰ, ਜਾਂ ਉਹ ਆਪ ਜਾਣਦਾ। ਇਸ ਕਰਕੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ ਹੈ। ਤੇ ਕਹਿਣ ਦਾ ਭਾਵ ਆਪਾਂ ਵਿਚਾਰ ਕੀਤੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ। ਇਹ ਤਾਂ ਵਿਚਾਰ ਹੋ ਸਕਦੀ ਹੈ ਮੰਨਣ ਵਾਲੇ ਦੀ। ਜੇ ਕੋਈ ਕਹੇ ਮੈਂ ਲਿਖਤਾ ਸਾਰਾ ਕੁਛ, ਉਹ ਵੀ ਨਹੀਂ ਹੋ ਸਕਦਾ। ਤੋ ਗੁਰੂ ਸਾਹਿਬ ਕਿਰਪਾ ਕਰੇ। ਹਾਂ, ਜਿਨ੍ਹਾਂ ਨੇ ਮੰਨ ਲਿਆ, ਜੇ ਕੋ ਮੰਨ ਜਾਣਾ
ਮਨ ਕੋਇ। ਜੇ ਕੋਈ ਮੰਨ ਲੇ ਤਾਂ ਉਹ ਫਿਰ ਜਿਹੜਾ ਨਿਰਾਕਾਰ ਦਾ ਨਾਮ ਹੈ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਇਹ ਜਦੋਂ ਪਾਠ ਕਰਦੇ ਆ, ਪਹਿਲੇ ਮੰਮੇ ਦੇ ਉੱਤੇ ਟਿੱਪੀ ਲੱਗੀ ਹੈ ਉਹਨੂੰ ਮਨ, ਤੇ ਦੂਜਾ ਮੰਮਾ ਜਿਹੜਾ ਉਹ ਮੁਕਤਾ, ਤੇ ਉੱਥੇ ਮਨ। ਇਸ ਕਰਕੇ ਇੱਕ ਮੰਨਣ ਦੀ ਗੱਲ ਹੈ, ਇੱਕ ਜੋ ਮਨ। ਜੇ ਕੋ ਮਨ ਜਾਣੈ ਮਨ ਕੋਇ, ਕਿਉਂ ਪਾਠ ਕਰਨਾ ਹੁੰਦਾ। ਰਹੋ ਵਿਚਾਰ। ਚਲੋ ਵਿੱਚ ਗੱਲ ਆ ਗਈ। ਗੁਰੂ ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ। ਆਓ ਸਾਰੇ ਮਾਈ ਭਾਈ ਆਨੰਦ ਸਾਹਿਬ 6 ਪੌੜੀਆਂ ਜੋ ਹੈ ਪਾਠ ਸਰਵਣ ਕਰੋ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।